ਵੈਲਕਮ ਟੂ ਯਰ ਲੈਕਚਰ। ਬੇਟਾ ਆਪਾਂ ਸਟਾਰਟ ਕੀਤਾ ਸੀ ਸਾਈਕਸ ਤੇ ਅੱਜ ਆਪਾਂ ਪੜਾਂਗੇ ਸਾਈਕਸ ਦੇ ਵਿੱਚ ਲੀਵਸ। ਲੀਵ ਸਾਈਕਸ ਦੇ ਵਿੱਚ ਦੋ ਤਰ੍ਹਾਂ ਦੀਆਂ ਹੁੰਦੀਆਂ ਆ, ਫੋਲੀਏਜ ਲੀਵਸ ਤੇ ਸਕੇਲ ਲੀਵਸ। ਪਹਿਲਾਂ ਆਪਾਂ ਡਾਇਗਰਾਮ ਦੇਖਦੇ ਆ, ਇੱਥੋਂ ਕਾਫੀ ਕੁਝ ਤੁਹਾਨੂੰ ਸਮਝ ਆ ਜਾਣਾ ਆ। ਥੱਲੇ ਜਿਹੜਾ ਆ ਇਹ ਪੀਟੀਓਲ ਆ, ਪੀਟੀਓਲ ਤੇ ਆਹ ਰਾਊਂਡਡ ਜਿਹਾ ਜਿਹੜਾ ਸਵੋਲਨ ਪਾਰਟ ਆ ਇਹ ਲੀਫ ਬੇਸ ਆ, ਬੇਸ ਹੁੰਦਾ ਆ। ਔਰ ਆ ਜਿਹੜਾ ਉੱਪਰ ਇਹ ਰੈਕਿਸ ਆ ਤੇ ਰੈਕਿਸ ਦੇ ਆਲੇ ਦੁਆਲੇ ਦੇਖੋ ਪਿੰਨਾ ਜਾਂ ਲੀਫਲੈਟਸ ਜਾਂ ਲੀਵਸ ਇਹ ਪ੍ਰੈਜ਼ੈਂਟ ਹੁੰਦੀ ਆ। ਪੂਰੀ ਨੂੰ ਅਸੀਂ ਕਹਿੰਦੇ ਆ ਫੋਲੀਏਜ ਲੀਫ ਤੇ ਆ ਜਿਹੜੀਆਂ ਬਰੀਕ ਬਰੀਕ ਹੈਗੀਆਂ ਆ ਨਿਡਲ ਲਾਈਕ ਇਹ ਹੈਗੀਆਂ ਲੀਫਲੈਟਸ ਜਾਂ ਇਹਨਾਂ ਨੂੰ ਪਿੰਨਾ ਵੀ ਕਹਿੰਦੇ ਆ। ਹੁਣ ਯੰਗ ਕੰਡੀਸ਼ਨ ਦੇ ਵਿੱਚ ਜਿਹੜੀਆਂ ਲੀਵਸ ਹੁੰਦੀਆਂ ਆ ਉਹ ਸਰਸੀਨੇਟਲੀ ਕੋਇਲਡ ਹੁੰਦੀਆਂ। ਸਰਸੀਨੇਟਲੀ ਕੋਇਲਡ ਦਾ ਮਤਲਬ ਹੁੰਦਾ ਆ ਕਿ ਜਿਹੜਾ ਪਿੰਨੇ ਆ ਜਿਹੜਾ ਰੈਕਿਸ ਆ ਉਹ ਇਸ ਤਰ੍ਹਾਂ ਥੋੜ੍ਹਾ ਜਿਹਾ ਕੋਇਲਡ ਹੋ ਜਾਂਦਾ ਆ ਯੰਗ ਕੰਡੀਸ਼ਨ ਦੇ ਵਿੱਚ, ਤੇ ਜਿਹੜੀਆਂ ਅੰਦਰ ਲੀਫਲੈਟਸ ਆ ਉਹ ਅੰਦਰ ਪ੍ਰੋਟੈਕਟਿਡ ਹੁੰਦੀਆਂ ਆ। ਇਹਨੂੰ ਅਸੀਂ ਕਹਿੰਦੇ ਹਾਂ ਸਰਸੀਨੇਟਲੀ ਕੋਇਲਡ। ਇਸ ਤਰ੍ਹਾਂ ਕੋਇਲਡ ਜੇ ਦੇਖੋ ਅੰਦਰ ਹੀ ਪ੍ਰੈਜ਼ੈਂਟ ਆ ਇਹ ਲੀਵਸ। ਔਰ ਜੇ ਅਸੀਂ ਸਕੇਲ ਲੀਵਸ ਦੀ ਗੱਲ ਕਰੀਏ ਤਾਂ ਇਹ ਦੇਖੋ ਟਰਾਇੰਗੂਲਰ ਔਰ ਤਿੱਖੀਆਂ ਹੁੰਦੀਆਂ ਆ। ਹੁਣ ਆਪਾਂ ਇਹਨਾਂ ਦੇ ਜਿਹੜਾ ਪੀਟੀਓਲ ਆ ਉੱਤੇ ਸਪਾਈਨਸ ਕੰਡੇ ਪ੍ਰੈਜ਼ੈਂਟ ਹੁੰਦੇ ਆ। ਡਿਟੇਲ 'ਚ ਅਗਰ ਆਪਾਂ ਦੇਖੀਏ ਤਾਂ ਇਹ ਫੋਲੀਏਜ ਲੀਵਸ ਜਿਹੜੀਆਂ ਆ ਇਹ ਲੰਬੀਆਂ ਹੁੰਦੀਆਂ ਆ, ਲੌਂਗ ਹੁੰਦੀਆਂ ਆ ਔਰ ਲਗਭਗ 1 to 3 ਮੀਟਰਸ ਇਹਨਾਂ ਦੀ ਹਾਈਟ ਹੁੰਦੀ ਆ, ਲੈਂਥ ਹੁੰਦੀ ਆ। ਸਾਈਕਸ ਸਰਸੀਨੇਲਿਸ ਦੇ ਵਿੱਚ ਇਹ ਨੀਅਰ ਅਬਾਊਟ 3 ਮੀਟਰਸ ਹੁੰਦੀ ਆ। ਫੋਲੀਏਜ ਲੀਵਸ ਜਿਹੜੀਆਂ ਆ ਉਹਦੇ ਵਿੱਚ ਬਹੁਤ ਸਾਰੀਆਂ ਦੇਖੋ ਆ ਲੀਫਲੈਟਸ ਆਪਾਂ ਦੇਖੀਆਂ ਸੀਗੀਆਂ ਹੁਣੇ, ਬਹੁਤ ਸਾਰੀਆਂ ਲੀਫਲੈਟਸ ਪ੍ਰੈਜ਼ੈਂਟ ਹੁੰਦੀਆਂ। ਇਹਨਾਂ ਨੂੰ ਪਿੰਨਾ ਵੀ ਕਹਿੰਦੇ, ਮੈਂ ਤੁਹਾਨੂੰ ਦੱਸ ਹੀ ਦਿੱਤਾ ਆ। ਇਹ ਜਿਹੜੀ ਲੀਫਲੈਟਸ ਆ ਇਹ ਡਿਪੈਂਡ ਕਰਦਾ ਆ ਸਪੀਸ਼ੀਜ਼ ਟੂ ਸਪੀਸ਼ੀਜ਼, ਏਜ ਦੇ ਅਕੋਰਡਿੰਗ, ਸਾਈਜ਼ ਦੇ ਅਕੋਰਡਿੰਗ ਇਹਨਾਂ ਦੇ ਨੰਬਰ ਘੱਟ ਵੱਧ ਹੁੰਦੇ ਰਹਿੰਦੇ ਆ। ਕਿਸੇ 'ਚ ਮੰਨ ਲਓ 30 ਪ੍ਰੈਜ਼ੈਂਟ ਆ, 30 to 60, ਕਿਸੇ 'ਚ 50 to 80, ਕਿਸੇ 'ਚ 100 ਵੀ ਕਿਸੇ ਸਪੀਸ਼ੀਜ਼ 'ਚ ਪ੍ਰੈਜ਼ੈਂਟ ਹੁੰਦੇ ਆ। ਲੀਫਲੈਟਸ ਵੇਰੀ ਕਰਨਗੇ ਸਪੀਸ਼ੀਜ਼ ਟੂ ਸਪੀਸ਼ੀਜ਼। ਫਿਰ ਜੇ ਹੋਰ ਇਹਨਾਂ ਦੇ ਵਿੱਚ ਆਪਾਂ ਦੇਖੀਏ ਫੋਲੀਏਜ ਲੀਵਸ, ਤਾਂ ਫੋਲੀਏਜ ਲੀਵਸ ਜਿਹੜੀਆਂ ਆ 50-60 ਪੇਅਰਸ 'ਚ ਲੀਫਲੈਟਸ ਜਿਹੜੀਆਂ ਉਹ ਪ੍ਰੈਜ਼ੈਂਟ ਹੋ ਸਕਦੀਆਂ ਆ। ਆਪਾਂ ਕੱਲ ਦੇਖਿਆ ਸੀਗਾ ਕਿ ਆਹ ਸਟੈਮ ਆ ਤੇ ਸਟੈਮ ਦੇ ਉੱਪਰ ਕਰਾਊਨ ਆਫ ਲੀਵਸ ਪ੍ਰੈਜ਼ੈਂਟ ਹੁੰਦਾ ਆ। ਹੁਣ ਇਹ ਕਰਾਊਨ ਜਿਹੜਾ ਆ ਕਿਸੇ ਸਪੀਸ਼ੀਜ਼ 'ਚ ਇੱਕ ਹੁੰਦਾ ਆ ਤੇ ਕਿਸੇ ਸਪੀਸ਼ੀਜ਼ ਜੇ ਤੁਸੀਂ ਦੇਖੋਗੇ ਤਾਂ ਇਸ ਤਰ੍ਹਾਂ ਦੋ ਕਰਾਊਨ ਆਫ ਲੀਵਸ, ਜਿਵੇਂ ਸਰਸੀਨੇਲਿਸ ਆ ਆਈ ਥਿੰਕ ਐਗਜ਼ਾਮਪਲ, ਇਹਦੇ ਵਿੱਚ 2 ਕਰਾਊਨ ਆਫ ਲੀਵਸ ਤੁਹਾਨੂੰ ਕਲੀਅਰਲੀ ਦਿਖਣਗੇ। ਕਿਸੇ 'ਚ 2 ਕਰਾਊਨ ਆਫ ਲੀਵਸ ਵੀ ਹੋ ਸਕਦੇ ਆ। ਹੁਣ ਇਹ ਜਿਹੜੇ ਲੀਵਸ ਆ ਆਪਾਂ ਦੇਖਿਆ ਕਿ ਯੰਗ ਕੰਡੀਸ਼ਨ ਦੇ ਵਿੱਚ ਸਪਾਇਰਲੀ ਅਰੇਂਜਡ ਹੁੰਦੇ ਆ ਜਾਂ ਸਰਸੀਨੇਟਲੀ ਕੋਇਲਡ ਹੁੰਦੇ ਆ। 1 ਕਰਾਊਨ ਆਫ ਲੀਵ ਇੱਕ ਸਾਲ 'ਚ 1 ਕਰਾਊਨ ਆਫ ਲੀਵਸ ਜਿਹੜਾ ਆ ਉਹ ਓਰੀਜਿਨੇਟ ਹੁੰਦਾ ਆ। ਤੇ ਜਿਹਨਾਂ ਪੰਥ ਨੇ, ਸਾਇੰਟਿਸਟ ਸੀਗੇ ਪੰਥ, 1953 ਦੇ ਵਿੱਚ ਉਹਨਾਂ ਨੇ ਰਿਪੋਰਟ ਕੀਤਾ ਸੀ 2 crowns per year in ਸਾਈਕਸ ਰੈਵੋਲਿਊਟਾ ਤੇ ਸਰਸੀਨੇਲਿਸ ਤੇ ਰਮਫਾਈ। ਇਲਾਹਾਬਾਦ 'ਚ ਇਹ ਹੈਗੇ ਆ ਗਰੋਨ, ਇਹ ਵਾਲੇ ਸਪੀਸ਼ੀਜ਼ ਬੋਟੈਨੀਕਲ ਗਾਰਡਨ 'ਚ। 1 ਕਰਾਊਨ ਜਿਹੜਾ ਆ ਉਹ ਪ੍ਰੋਡਿਊਸ ਹੁੰਦਾ ਆ ਸਪਰਿੰਗ ਦੇ ਵਿੱਚ ਤੇ ਦੂਸਰਾ ਜਿਹੜਾ ਕਰਾਊਨ ਆ ਉਹ ਪ੍ਰੋਡਿਊਸ ਹੁੰਦਾ ਹੈ ਡਿਊਰਿੰਗ ਦਾ ਮੌਨਸੂਨ ਸੀਜ਼ਨ। ਤਾਂ ਇਹ ਚੀਜ਼ ਧਿਆਨ ਰੱਖਣੀ ਆ, ਇਹੀ ਅਲੱਗ ਕਰੈਕਟਰ ਆ, ਇਹਦੇ ਵਿੱਚ ਅਲੱਗ ਹੋਏਗਾ। ਬਾਕੀ ਥੋੜ੍ਹੀ ਬਹੁਤ ਚੀਜ਼ਾਂ ਜਿਹੜੀਆਂ ਇਫੈਡਰਾ ਔਰ ਨੀਟਮ ਦੇ ਵਿੱਚ ਵੀ ਸੇਮ ਹੋਣਗੀਆਂ। ਯੰਗ ਕੰਡੀਸ਼ਨ ਦੇ ਵਿੱਚ ਫੋਲੀਏਜ ਲੀਵਸ ਆਪਾਂ ਜਿਵੇਂ ਗੱਲ ਕੀਤੀ, ਦੇਖਿਆ ਵੀ ਡਾਇਗਰਾਮ ਕਿ ਸਰਸੀਨੇਟਲੀ ਕੋਇਲਡ ਹੁੰਦੇ ਇਸ ਤਰ੍ਹਾਂ। ਤਾਂ ਇਹ ਤੁਸੀਂ ਯਾਦ ਰੱਖਣਾ ਆ। ਇਹਦੇ ਵਿੱਚ ਰੈਕਿਸ ਜਿਹੜਾ ਕਰਵਡ ਹੋ ਜਾਂਦਾ ਇਨਸਾਈਡ, ਮਤਲਬ ਇਸ ਤਰ੍ਹਾਂ ਥੋੜ੍ਹਾ ਜਿਹਾ ਅੰਦਰ ਨੂੰ ਝੁਕ ਜਾਂਦਾ ਆ ਤੇ ਲੀਵਸ ਉਹਦੇ ਵਿੱਚ ਨਿਕਲਦੀਆਂ ਆ, ਪ੍ਰੋਟੈਕਟਿਡ ਵੀ ਰਹਿੰਦੀਆਂ ਤੇ ਕੋਇਲਡ, ਸਰਸੀਨੇਟਲੀ ਕੋਇਲਡ ਅਰੇਂਜਡ ਹੁੰਦੀਆਂ। ਇਹ ਕਰੈਕਟਰ ਜਿਹੜਾ ਸਾਈਕਸ ਦਾ ਆ ਇਹ
ਅਪੀਅਰੈਂਸ ਦਿੰਦਾ ਆ ਸਾਈਕਸ ਨੂੰ ਫਰਨਸ ਲਾਈਕ ਅਪੀਅਰੈਂਸ ਜਾਂ ਰਿਜ਼ੈਂਬਲੈਂਸ ਵਿਦ ਫਰਨਸ ਅਸੀਂ ਕਹਿ ਸਕਦੇ ਹਾਂ। ਹੁਣ ਕਰਾਊਨ ਆਫ ਯੰਗ ਸਰਸੀਨੇਟਲੀ ਕੋਇਲ ਲੀਵਸ ਜਿਹੜੇ ਆ ਉਹ ਸਲੋ ਗਰੋ ਕਰਦੇ ਆ ਤੇ ਇਮਰਜਸ ਆਊਟ ਪੁਸ਼ਿੰਗ ਦਾ ਸਕੇਲੀ ਲੀਵਸ ਆਊਟਸਾਈਡ। ਹੁਣ ਜਿੱਦਾਂ ਇੱਥੇ ਮੰਨ ਲਓ ਸਰਸੀਨੇਟਲੀ ਕੋਇਲ ਜਾਂ ਕਹਿ ਲਓ ਫੋਲੀਏਜ ਲੀਵਸ ਗਰੋ ਕਰਦੇ ਆ ਤਾਂ ਇਹ ਹੌਲੀ ਹੌਲੀ ਸਕੇਲ ਲੀਵਸ ਨੂੰ ਸਾਈਡ ਤੇ ਪੁਸ਼ ਕਰ ਦਿੰਦੇ ਆ। ਆਪਾਂ ਡਿਟੇਲ ਡਾਇਗਰਾਮ 'ਚ ਵੀ ਦੇਖਾਂਗੇ। ਫਿਰ ਜਿਵੇਂ ਜਿਵੇਂ ਕਹਿ ਲਓ ਕਿ ਐਕਸਪੋਜ਼ਡ ਹੁੰਦੇ ਆ ਤੇ ਬਿਗੈਨ ਟੂ ਓਪਨ ਆਊਟ। ਜਿਹੜੀ ਕੋਇਲਡ ਆਪਾਂ ਪੜ੍ਹਿਆ ਨਾ ਯੰਗ ਕੰਡੀਸ਼ਨ ਦੇ ਵਿੱਚ ਲੀਵਸ ਜਿਹੜੀਆਂ ਉਹ ਸਰਸੀਨੇਟਲੀ ਇੱਦਾਂ ਕੋਇਲਡ ਹੁੰਦੀਆਂ ਆ। ਫਿਰ ਜਦੋਂ ਇਹ ਖੁੱਲ੍ਹਦੀਆਂ ਆ ਤਾਂ ਸੈਪਰੇਟਲੀ ਆਪਾਂ ਨੂੰ ਆਹ ਵਾਲਾ ਸਟਰਕਚਰ ਜਿਹੜਾ ਆਪਾਂ ਹੁਣੇ ਹੀ ਦੇਖਿਆ ਸੀਗਾ ਇਸ ਤਰ੍ਹਾਂ ਤਿੱਖੇ ਵਾਲੇ ਲੀਵਸ ਵਾਲਾ, ਇਹ ਵਾਲਾ ਸਟਰਕਚਰ ਜਿਹੜਾ ਉਹ ਦਿਖਣ ਲੱਗ ਪੈਂਦਾ ਆ। ਗਰੋਥ ਜਿਹੜੀ ਆ ਉਸ ਵੇਲੇ ਜਿੱਦਾਂ ਜਿੱਦਾਂ ਮੈਚਿਓਰ ਹੋਈ ਜਾਣਾ ਪਲਾਂਟ ਇਹ ਲੀਵਸ ਦੀ ਗਰੋਥ ਵਧੀ ਜਾਣੀ ਆ ਤੇ ਐਕਸਪੈਂਡ ਹੋਈ ਜਾਣੀਆਂ ਆ। ਫੁੱਲ ਆਪਣੇ ਜਿੰਨੇ ਵੀ ਇਹਨਾਂ ਦੀ ਸਾਈਜ਼ ਹੈਗਾ ਫੁੱਲ ਸਾਈਜ਼ 'ਚ ਗਰੋ ਕਰਦੇ ਵਿਦਿਨ ਫਿਊ ਡੇਜ਼। ਯੰਗ ਲੀਵਸ ਜਿਹੜੇ ਆ ਉਹ ਛੋਟੇ ਛੋਟੇ ਹੇਅਰਸ ਨਾਲ ਕਵਰਡ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਰਮੈਂਟਾ। ਤੇ ਇਹ ਰਮੈਂਟਾ ਵਗੈਰਾ ਇੱਦਾਂ ਦੇ ਨਾਮ ਤੁਸੀਂ ਯਾਦ ਰੱਖਣੇ ਆ। ਫੁੱਲੀ ਐਕਸਪੈਂਡਡ ਲੀਫ ਜਿਹੜੀ ਆ ਥਿਕ ਤੇ ਲੈਦਰੀ, ਜਦੋਂ ਉਹਨੂੰ ਟੱਚ ਕਰੋਗੇ ਤਾਂ ਲੈਦਰ ਲਾਈਕ ਅਪੀਅਰੈਂਸ ਤੁਹਾਨੂੰ ਦਿਖਣਾ ਆ ਡਿਊ ਟੂ ਦਾ ਪ੍ਰੈਜ਼ੈਂਸ ਆਫ ਹੇਅਰਸ। ਫਿਰ ਲੀਫ ਜਿਹੜੀ ਸਾਈਕਸ ਦੀ ਆ ਇਹ 3 ਪਾਰਟਸ ਦੀ ਬਣੀ ਹੁੰਦੀ ਆ। ਆਪਾਂ ਹੁਣੇ ਤਿੰਨੇ ਹੀ ਪਾਰਟਸ ਦੇਖਿਆ, ਥੱਲੇ ਆ ਲੀਫ ਬੇਸ, ਆ ਜਿਹੜਾ ਆ ਰੈਕਿਸ ਤੇ ਆਲੇ ਦੁਆਲੇ ਇਹਦੇ ਆ ਲੀਫਲੈਟਸ ਜਾਂ ਪਿੰਨੇ ਨਿਕਲਦੇ ਆ। ਇਹ ਸਟਰਕਚਰ ਤਾਂ ਤੁਸੀਂ ਰੱਟੇ ਲੈਣਾ ਆ। ਲੀਫ ਬੇਸ ਜਿਹੜਾ ਰੋਹੰਬੋਇਡਲ ਇਨ ਸ਼ੇਪ ਹੁੰਦਾ ਆ ਅਟੈਚਡ ਤੇ ਲੀਫ ਟ੍ਰਾਂਸਵਰਸਲੀ ਅਟੈਚਡ ਹੁੰਦੀ ਹੈ ਇਹਦੇ ਨਾਲ ਵਿਦ ਦਾ ਸਟੈਮ। ਰੈਕਿਸ ਜਿਹੜਾ ਆ ਥਿਕ ਐਂਡ ਵੁਡੀ ਆਪਾਂ ਹੁਣੇ ਹੀ ਦੇਖਿਆ ਆ ਡਾਇਗਰਾਮ ਦੇ ਵਿੱਚ। ਪੀਟੀਓਲ ਪੋਰਸ਼ਨ ਥੱਲੇ ਆਹ ਰੈਕਿਸ ਤੇ ਨੀਚੇ ਪੀਟੀਓਲ ਪੋਰਸ਼ਨ ਹੁੰਦਾ ਆ। ਇਹ ਰੈਵੋਲਿਊਟਾ ਸਰਸੀਨੇਲਿਸ ਦੇ ਵਿੱਚ 2 rows ਆਫ ਸ਼ਾਰਟ ਐਂਡ ਸਟਿਫ ਸਪਾਈਨਸ ਇੱਥੇ ਪ੍ਰੈਜ਼ੈਂਟ ਹੁੰਦੇ ਆ। ਆ ਜਿੱਦਾਂ ਨੀਚੇ ਪੀਟੀਓਲ ਆ ਤਾਂ ਤੁਸੀਂ ਦੇਖਿਓ ਡਾਇਗਰਾਮ ਦੇ ਵਿੱਚ ਇੱਦਾਂ ਕੰਡੇ ਕੰਡੇ ਨਿਕਲੇ ਹੁੰਦੇ ਆ। ਕਿਸੇ 'ਚ ਸਿੰਗਲ ਰੋ ਪ੍ਰੈਜ਼ੈਂਟ ਹੋਣੀ ਆ, ਕਿਸੇ ਸਪੀਸ਼ੀਜ਼ 'ਚ 2 rows ਪ੍ਰੈਜ਼ੈਂਟ ਆ। ਪੰਤ ਨੇ 1935 ਦੇ ਵਿੱਚ ਰਿਪੋਰਟ ਕੀਤਾ ਸੀ ਪ੍ਰੈਜ਼ੈਂਸ ਆਫ 4 rows ਆਫ ਸਪਾਈਨਸ ਇਨ ਸਮ ਲੀਵਸ। ਇਹ ਡਿਪੈਂਡ ਕਰੂਗਾ। ਹੁਣ ਲੀਫਲੈਟਸ ਜਿਹੜੀਆਂ ਥਿਕ ਲੈਦਰੀ ਇਨ ਟੈਕਸਚਰ, ਓਵੇਟ ਤੁਸੀਂ ਦੇਖਿਆ ਜਾਂ ਲੈਂਸੀਓਲੇਟ ਇਸ ਤਰ੍ਹਾਂ ਦੇ ਸ਼ੇਪ ਸਾਈਜ਼ ਇਹਨਾਂ ਦਾ। ਪਿੱਛੇ ਫੋਟੋਸਿੰਥੈਸਿਸ ਆ ਗ੍ਰੀਨ ਆ ਤਾਂ ਫੋਟੋਸਿੰਥੈਸਿਸ ਕਰਨਗੀਆਂ ਹੀ। ਸਿਸਾਈਲ ਹੁੰਦੀ ਆ। ਸਿਸਾਈਲ ਹੁਣ ਤੁਸੀਂ ਦੇਖੋ ਕਿ ਇਸ ਤਰ੍ਹਾਂ ਡਾਇਰੈਕਟ ਇਹ ਲੱਗੀਆਂ ਹੋਈਆਂ, ਕਿਤੇ ਕੋਈ ਡੰਡਾ ਨਹੀਂ ਹੈਗਾ ਇਹਨਾਂ ਨੂੰ ਫੜਨ ਲਈ। ਇਹਨਾਂ ਨੂੰ ਆਪਾਂ ਕਹਿੰਦੇ ਆ ਸਿਸਾਈਲ ਵਿਦ ਨੈਰੋ ਬੇਸਿਸ ਡੈਕਰੈਂਟ ਮਾਰਜਿਨਸ ਇਹਨਾਂ ਦੀ ਡਾਇਰੈਕਟ ਇਸ ਤਰ੍ਹਾਂ ਦੇ ਹੈਗੇ ਆ। In some species margins of leaflet entire or flat मतलब ਇਸ ਤਰ੍ਹਾਂ ਦੀ ਕਿਤੋਂ ਟੁੱਟੀ ਜਾਂ ਕੱਟ ਕੁੱਟ ਨਹੀਂ ਲੱਗਿਆ ਹੁੰਦੇ। ਇਹ species to species ਵੇਰੀ ਕਰੂਗਾ ਇਹਨਾਂ ਦਾ ਸਟਰਕਚਰ ਵੀ। ਤੇ ਕਈਆਂ ਦੇ ਵਿੱਚ ਜਿਹੜੀ ਮਾਰਜਿਨ ਆ ਉਹ ਐਂਟਾਇਰ ਐਂਡ ਰੈਵੋਲਿਊਟ ਹੁੰਦੀ ਆ। ਰੈਵੋਲਿਊਟ ਮਤਲਬ ਜ਼ਿਗਜ਼ੈਗ ਹੈ ਨਾ ਜਾਂ ਕੱਟ ਵੱਡ ਹੋਏ ਹੋ। ਕਈ ਕੇਸਿਸ ਦੇ ਵਿੱਚ ਲੀਫਲੈਟ ਜਿਹੜੀ ਆ ਪੋਜ਼ੈਸ ਸਿੰਗਲ ਪ੍ਰੋਮੀਨੈਂਟ ਮਿਡਰਿਪ। ਹੁਣ ਆ ਜਿਹੜੇ ਲੀਫਲੈਟ ਆ ਇਹਦੇ ਵਿੱਚ ਆ ਡੰਡੀ ਜਿਹੜੀ ਹੋਏਗੀ ਇਹਨੂੰ ਅਸੀਂ ਮਿਡਰਿਪ ਕਹਿੰਦੇ ਆ। ਤੇ ਇਹ ਇਹਨੂੰ ਯੂਨੀਕ ਇਹ ਗਿਵਸ ਨੋ ਲੇਟਰਲ ਵੇਨਲੈਟਸ ਮਤਲਬ ਕਿ ਕੋਈ ਐ ਨਹੀਂ ਹੈਗਾ ਕਿ ਇਹ ਤੋਂ ਮਿਡਰਿਪ ਤੋਂ ਕੋਈ ਹੋਰ ਵੇਨਸ ਆ ਜਿਹੜੀਆਂ ਲਾਈਨਾਂ ਵੇਨਲੈਟਸ ਨਿਕਲਣਗੀਆਂ। ਪਤਾ ਨਾ ਵੇਨਸ ਔਰ ਵੇਨਲੈਸ ਕੀ ਆ ਲੀਵ ਹੁੰਦੀ ਆ ਮਿਡਰਿਪ ਆ ਵੇਨ ਆ ਇਹ ਤੋਂ ਵੇਨਲੈਟਸ ਨਿਕਲਣਗੇ ਅੱਗੇ। ਤੇ ਫਿਰ ਰੈਵੋਲਿਊਟਾ ਦੇ ਵਿੱਚ ਜਿਹੜਾ ਮਿਡਰਿਪ ਆ ਉਹ ਪ੍ਰੋਜੈਕਟਸ ਬਿਯੋਂਡ ਦਾ ਅਪੈਕਸ ਐਂਡਿੰਗ ਇਨ ਅ ਸਪਾਈਨ। ਆ ਜਿੱਦਾਂ ਇਹ ਮਿਡਰਿਪ ਅਪੈਕਸ ਤੇ ਜਿਹੜਾ ਮਿਡਰਿਪ ਆ ਇੱਥੇ ਚੁਭੇਗਾ, ਇਹ ਕੰਡੇ ਵਰਗੀ ਇਹਦੀ ਸ਼ੇਪ ਹੋ ਜਾਏਗੀ।
ਫਿਰ ਹੁਣੇ ਹੀ ਅਸੀਂ ਸਕੇਲ ਲੀਵਸ ਦੇਖੀਆਂ ਸੀਗੀਆਂ, ਇਹ ਵੀ ਇੰਪੋਰਟੈਂਟ ਆ। ਸਕੇਲ ਲੀਵਸ ਜਿਹੜੀਆਂ ਆ ਇਹ ਛੋਟੀਆਂ ਹੁੰਦੀਆਂ ਆ, ਰਫ ਹੁੰਦੀਆਂ ਆ, ਡਰਾਈ ਹੁੰਦੀਆਂ। ਡਰਾਈ ਇਹ ਖਾਸ ਧਿਆਨ ਰੱਖਣਾ ਆ। ਟ੍ਰਾਇੰਗੂਲਰ ਇਨ ਸ਼ੇਪ ਆਪਾਂ ਹੁਣੇ ਹੀ ਦੇਖੇ ਸੀ, ਬਰਾਊਨ ਇਨ ਕਲਰ ਹੁੰਦੀਆਂ ਆ। ਥਿਕਲੀ ਕੋਟਡ ਵਿਦ ਬਰਾਊਨ ਕਲਰਡ ਰਮੈਂਟਾ ਕਾਲਡ ਹੇਅਰਸ। ਸਕੇਲ ਲੀਵਸ ਤੇ ਬਰਾਊਨ ਕਲਰ ਦੇ ਛੋਟੇ ਛੋਟੇ ਹੇਅਰਸ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਰਮੈਂਟਾ। ਸਕੇਲ ਲੀਵਸ ਜਿਹੜੀਆਂ ਇਹ ਵੀ ਕਲੋਜ਼ ਸਪਾਇਰਲਸ ਤੋਂ ਰਾਈਜ਼ ਕਰਦੀਆਂ ਅਰਾਊਂਡ ਦਾ ਸਟੈਮ। ਜਿੱਦਾਂ ਸਟੈਮ ਆ, ਹੁਣ ਇੱਥੋਂ ਅਗਰ ਇਹ ਨਿਕਲੀ ਤਾਂ ਸਪਾਇਰਲੀ ਇਹ ਵੀ ਅਰੇਂਜਡ ਹੋਣੀ ਆ ਸਟੈਮ ਦੇ ਉੱਪਰ। ਇਹ ਤੇ ਇਹਨਾਂ ਨੇ ਯੰਗ ਸ਼ੂਟ ਅਪੈਕਸ ਨੂੰ ਢਕਿਆ ਹੁੰਦਾ ਆ, ਇੱਦਾਂ ਅਰੇਂਜਡ ਹੁੰਦੀਆਂ ਇਹ ਸਪਾਇਰਲੀ, alternating with the whorls of foliage leaf। मतलब आ scale leaf या फिर आ foliage leaf होंगे। scale leaf या फिर गुच्छा foliage leaves ਦਾ ਹੋਏਗਾ ਇੱਦਾਂ। also ਇਹ ਲੀਫ ਬੇਸਿਸ ਕੀ ਹੁੰਦੇ ਆ, ਮਾਰਕਸ ਜਿੱਥੋਂ ਪੁਆਇੰਟ ਜਿੱਥੋਂ ਕਿ ਲੀਵਸ ਅਰਾਈਜ਼ ਕਰਦੀਆਂ ਆ, ਤਾਂ ਇਹ ਵੀ ਇਹਨਾਂ ਦੇ ਵੀ ਲੀਫ ਬੇਸਿਸ ਥੱਲੇ ਬਣੇ ਹੁੰਦੇ ਆ ਜਿਹੜੇ ਸਟੈਮ ਨੂੰ ਕਵਰ ਕਰਕੇ ਰੱਖਦੇ ਆ। ਹਾਊਐਵਰ ਰੋਮਬੋਇਡਲ ਲੀਫ ਬੇਸਿਸ ਜਿਹੜੇ ਆ ਉਹ ਛੋਟੇ ਹੁੰਦੇ ਆ ਫੋਲੀਏਜ ਲੀਵਸ ਨਾਲੋਂ। ਮੇਨ ਫੰਕਸ਼ਨ ਆਫ ਸਕੇਲ ਲੀਵਸ ਇਜ਼ ਟੂ ਪ੍ਰੋਵਾਈਡ ਪ੍ਰੋਟੈਕਸ਼ਨ ਟੂ ਦਾ ਗਰੋਇੰਗ ਅਪੈਕਸ। ਇਹ ਇੰਪੋਰਟੈਂਟ ਆ। ਫਿਰ ਬੇਟਾ ਹੁਣ ਜਿੱਦਾਂ ਕਾਲਜ ਜਿਹੜੇ ਕਦੇ ਤੁਸੀਂ ਦੇਖਿਆ ਨਹੀਂ ਹੋਣਾ, ਕਾਲਜ ਦੇ ਵਿੱਚ ਆਪਣਾ ਜਿਵੇਂ ਆ ਸਾਈਕਸ ਗਰੋ ਕੀਤਾ ਥੱਲੇ ਸਟੈਮ ਆ, ਤਾਂ ਇੱਥੇ ਮੈਂ ਤੁਹਾਨੂੰ ਫੋਟੋ ਵੀ ਜਿਹੜੀ ਲਗਾਈ ਆ ਵੀਡੀਓ ਦੇ ਉੱਪਰ, ਇੱਥੇ ਇਸ ਤਰ੍ਹਾਂ ਦੇ ਬਲਬ ਪ੍ਰੈਜ਼ੈਂਟ ਹੁੰਦਾ। ਇਹਨੂੰ ਅਸੀਂ ਕਹਿੰਦੇ ਬਲਬਿਲ। ਉਹ ਬਲਬਿਲ ਨੂੰ ਨਿਕਾਲ ਕੇ ਜੇ ਅਸੀਂ ਜ਼ਮੀਨ 'ਚ ਲਗਾ ਦਈਏ ਤਾਂ ਨਵਾਂ ਪੌਦਾ ਕੁਝ ਸਾਲਾਂ 'ਚ ਉੱਤੋਂ ਗਰੋ ਹੋ ਜਾਣਾ ਆ। ਇਹ ਬਲਬਿਲਸ ਜਿਹੜੀਆਂ ਹੁੰਦੀਆਂ ਆ ਵੈਜੀਟੇਟਿਵ ਬਰਡਸ ਹੁੰਦੀਆਂ ਆ, ਪ੍ਰੋਡਿਊਸਡ ਔਨ ਦਾ ਮੇਨ ਸਟੈਮ ਤੇ ਹੀ ਹੁੰਦਾ ਆ। ਆਪਣੇ ਕਾਲਜ ਕਲੀਅਰ ਐਗਜ਼ਾਮਪਲ ਆ, ਜੇ ਕਦੇ ਗਏ ਤਾਂ ਦੇਖਿਓ। ਛੋਟੇ ਹੁੰਦੇ ਆ ਉਹ ਵੋਇਡ ਐਡਵੈਂਟੀਸ਼ੀਅਸ ਬਰਡਸ ਹੁੰਦੇ ਆ ਵਿਚ ਕਮ ਆਊਟ ਫਰੋਮ ਦਾ ਬੇਸਲ ਪੋਰਸ਼ਨ ਆਫ ਦਾ ਟਰੰਕ ਸਟੈਮ ਹੀ ਹੁੰਦੀ ਆ ਇਨ ਦਾ ਕ੍ਰੈਵਿਸਿਸ ਆਫ ਸਕੇਲ ਲੀਵਸ। ਹੁਣ ਜਿੱਥੇ ਆ ਜਿੱਦਾਂ ਸਕੇਲ ਲੀਵਸ ਦੇ ਵਿਚਕਾਰੋਂ ਤੁਹਾਨੂੰ ਦਿਖਣਗੇ ਕ੍ਰੈਵਿਸਿਸ, ਮਤਲਬ ਦਰਾਰਾਂ। ਪਰ ਆਪਾਂ ਅਸੀਂ ਹੁਣ ਉਨੀ ਗੱਲ ਨਹੀਂ ਕਰਨੀ, ਤੁਸੀਂ ਸਿੱਧੇ ਲਿਖ ਦੇਣਾ ਹੈ ਕਿ ਸਟੈਮ ਦੇ ਅਪੈਕਸ ਤੇ ਇਹ ਬਲਬਿਲਸ ਪ੍ਰੈਜ਼ੈਂਟ ਹੁੰਦੇ ਆ। ਚਾਹੇ ਇਹ ਮੀਨ ਏਰੀ ਨਾਲ ਜਾਂ ਡਰਾਈ ਹੋ ਕੇ ਇਹ ਡਿਟੈਚ ਹੋ ਜਾਂਦੇ ਆ ਫਰੋਮ ਪੇਰੈਂਟਸ ਤੇ ਮਿੱਟੀ 'ਚ ਜਾਂ ਸਬਸਟ੍ਰੈਟਮ ਸੂਟੇਬਲ ਸਬਸਟ੍ਰੈਟਮ ਫੇਵਰੇਬਲ ਕੰਡੀਸ਼ਨਸ 'ਚ ਰੀਜਨਰੇਟ ਹੋ ਜਾਂਦੇ ਇਨਟੂ ਨਿਊ ਪਲਾਂਟਸ। ਚਾਹੇ ਅਸੀਂ ਪੱਟ ਕੇ ਇਹਨੂੰ ਲਗਾ ਦਈਏ ਤਾਂ ਇਹ ਵੀ ਉਹ ਵੈਜੀਟੇਟਿਵ ਪ੍ਰੋਪਗੇਸ਼ਨ ਹੋ ਗਈ, ਹੈ ਨਾ, ਆਰਟੀਫਿਸ਼ੀਅਲ ਵੈਜੀਟੇਟਿਵ ਪ੍ਰੋਪਗੇਸ਼ਨ ਜੇ ਅਸੀਂ ਲਗਾਉਂਦੇ ਹਾਂ ਤਾਂ। ਫਿਰ ਹੁਣ ਬੇਟਾ ਅਸੀਂ ਗੱਲ ਕਰਾਂਗੇ ਇੰਟਰਨਲ ਫੀਚਰਸ ਦੀ, ਜਿਹੜਾ ਕਿ ਅਸੀਂ ਫਸਟ ਈਅਰ 'ਚ ਵੀ ਕਾਫੀ ਕੁਛ ਇਹ 'ਚੋਂ ਪੜ੍ਹਿਆ ਆ। ਇੰਟਰਨਲ ਫੀਚਰਸ ਪਹਿਲਾਂ ਅਸੀਂ ਦੋ ਤਰ੍ਹਾਂ ਦੀ ਰੂਟਸ ਪੜ੍ਹੀਆਂ ਸੀ, ਨਾਰਮਲ ਰੂਟਸ ਤੇ ਕੋਰਲੋਇਡ ਰੂਟਸ। ਤੇ ਪਹਿਲਾਂ ਅਸੀਂ ਨਾਰਮਲ ਰੂਟ ਦੀ ਐਨਾਟੋਮੀ ਜਾਂ ਪੜ੍ਹ ਲੈਂਦੇ ਹਾਂ ਜਾਂ ਟ੍ਰਾਂਸਵਰਸ ਸੈਕਸ਼ਨ ਇੰਟਰਨਲ ਸਟਰਕਚਰ। ਤਾਂ ਬੇਟਾ ਇਹਦੇ ਵਿੱਚ ਆਊਟਰ ਮੋਸਟ ਲੇਅਰ ਜਿਹੜੀ ਹੁੰਦੀ ਆ ਉਹ ਇਪੀਡਰਮਿਸ ਹੁੰਦੀ ਆ। ਤਾਂ ਆਹ ਦੇਖੋ ਉੱਪਰ ਜਿਹੜੀ ਸਿੰਗਲ ਲੇਅਰ ਬਣੀ ਆ ਉਹ ਹੈਗੀ ਆ ਇਪੀਡਰਮਿਸ। ਸਿੰਗਲ ਲੇਅਰ ਜਿਹੜੀ ਆ ਇਪੀਡਰਮਿਸ ਆ ਇਸ ਤਰ੍ਹਾਂ ਦੀ ਸਭ ਤੋਂ ਉੱਪਰ ਆ ਇੱਥੇ, ਦਿਸ ਵਨ ਇਜ਼ ਇਪੀਡਰਮਿਸ। ਹੁਣ ਇਪੀਡਰਮਿਸ ਜਿਹੜੀ ਆ ਉਹ ਸਿੰਗਲ ਲੇਅਰਡ ਆ, ਇਹਨੂੰ ਇਪੀਬਲੇਮਾ ਵੀ ਕਹਿੰਦੇ ਆ। ਰੂਟਸ ਦੇ ਵਿੱਚ ਥਿਨ ਵਾਲ ਸੈਲਸ ਦੀ ਬਣੀ ਹੁੰਦੀ ਆ, ਪੈਰਨਕਾਈਮੇਟਰ ਸੈਲਸ ਦੀ ਬਣੀ ਹੁੰਦੀ ਆ। ਇਹ ਫਿਊ ਸੈਲਸ ਇਸ ਲੇਅਰ ਦੇ ਇਲੋਂਗੇਟ ਹੁੰਦੇ ਆ ਟੂ ਫਾਰਮ ਰੂਟ ਹੇਅਰਸ। ਇਹਨਾਂ ਤੋਂ ਕਈ ਵਾਰ ਉੱਪਰੋਂ ਰੂਟ ਹੇਅਰਸ ਇਸ ਤਰ੍ਹਾਂ ਨਿਕਲਦੇ ਆ। ਇਹ ਤੁਸੀਂ ਕਈ ਰੂਟਸ ਬਣਾਇਆ ਵੀ ਹੋਣਾ ਹੈ। ਫਿਰ ਇਪੀਡਰਮਿਸ ਤੋਂ ਨੀਚੇ ਕੀ ਆ, ਕੋਰਟੈਕਸ ਹੁੰਦਾ ਆ। ਆਪਾਂ ਬਣਾਇਆ ਹੈਗਜ਼ਾਗੋਨਲ ਸੈਲਸ ਜਾਂ ਬੈਂਜਨ ਰਿੰਗ ਵਰਗੇ ਜਾਂ ਰੈਕਟੈਂਗੂਲਰ ਸੈਲਸ। ਕੋਰਟੈਕਸ ਤੇ ਜਿਹੜਾ ਹੈ ਉਹ ਵੀ ਪੈਰਨਕਾਈਮੇਟਰ ਸੈਲਸ ਦਾ ਬਣਿਆ ਹੁੰਦਾ ਆ। ਇਹ ਸੈਲਸ ਆਫ ਕੋਰਟੈਕਸ ਜਿਹੜੇ ਆ ਉਹਨਾਂ 'ਚ
ਕਿਤੇ ਕਿਤੇ ਸਟਾਰਚ ਗ੍ਰੇਨਸ ਪ੍ਰੈਜ਼ੈਂਟ ਹੁੰਦੇ ਆ। ਉਹ ਕੋਰਟੈਕਸ 'ਚ ਫਿਰ ਡਾਰਕ ਬਰਾਊਨ ਟੈਨਿਨ ਸੈਲਸ ਡਿਵੈਲਪ ਹੁੰਦੇ ਆ ਜਾਂ ਪ੍ਰੈਜ਼ੈਂਟ ਹੁੰਦੇ ਆ। ਇਹਦੇ ਵਿੱਚ ਛੋਟੇ ਛੋਟੇ ਇੱਦਾਂ ਡਕਟਸ ਜਾਂ ਕੈਨਾਲਸ ਪ੍ਰੈਜ਼ੈਂਟ ਹੁੰਦੇ ਆ ਜਿਨ੍ਹਾਂ 'ਚ ਮਿਊਸੀਲੇਜ ਭਰਿਆ ਹੁੰਦਾ। ਇਹਨਾਂ ਨੂੰ ਮਿਊਸੀਲੇਜੀਨਸ ਕੈਨਾਲਸ ਕਹਿੰਦੇ ਆ। ਤੇ ਮਿਊਸੀਲੇਜੀਨਸ ਕੈਨਾਲ ਜਿਹੜੀ ਆ ਉਹ ਢਕੀ ਹੁੰਦੀ ਆ ਵਿਦ ਇਪੀਥੀਲੀਅਲ ਲੇਅਰ ਜਾਂ ਟਿਸ਼ੂਜ਼, ਹੈ ਨਾ। ਆਹ ਦੇਖੋ ਹੁਣ आज ਉੱਪਰ ਸੀਗਾ ਇਪੀਡਰਮਿਸ ਤੋਂ ਨੀਚੇ ਆ ਵਾਲਾ ਜਿਹੜਾ ਹੈ ਇਹ ਕੋਰਟੈਕਸ ਹੈ। ਕੋਰਟੈਕਸ 'ਚ ਡਾਰਕ ਵਾਲੇ ਟੈਨਿਨ ਸੈੱਲ ਆ। ਹੋਰ ਇਹਦੇ ਵਿੱਚ ਜਿਹੜੇ ਵੀ ਸਟਾਰਚ ਗ੍ਰੇਨਸ ਮਿਊਸੀਲੇਜੀਨਸ ਕੈਨਾਲਸ ਜਿਹੜੀਆਂ ਆ ਉਹ ਪ੍ਰੈਜ਼ੈਂਟ ਹੋਣਗੀਆਂ। ਫਿਰ ਇਸ ਤੋਂ ਨੀਚੇ ਸਿੰਗਲ ਲੇਅਰਡ ਐਂਡੋਡਰਮਿਸ ਪ੍ਰੈਜ਼ੈਂਟ ਹੋਣੀ ਆ। ਤੇ ਸੈਲਸ ਜਿਹੜੇ ਆ ਉਹ ਇੱਦਾਂ ਇਹਨਾਂ ਦਰਾਰਾਂ ਹੁੰਦੀਆਂ ਵਿੱਚ ਜਾਂ ਡਿਪੋਜ਼ਿਸ਼ਨਸ ਹੁੰਦੀਆਂ, ਡਾਰਕ ਬੈਂਡਸ ਹੁੰਦੇ ਆ ਜਿਨ੍ਹਾਂ ਨੂੰ ਕੈਸਪੇਰੀਅਨ ਸਟ੍ਰਿਪਸ ਕਹਿੰਦੇ ਆ। ਤਾਂ ਦੇਖੋ ਇਹ ਐਂਡੋਡਰਮਿਸ ਦੀ ਸਿੰਗਲ ਲੇਅਰ ਆ। ਫਿਰ ਐਂਡੋਡਰਮਿਸ ਤੋਂ ਨੀਚੇ ਆ ਪੈਰੀਸਾਈਕਲ ਆ, ਐਂਡੋਡਰਮਿਸ ਆ। ਐਂਡੋਡਰਮਿਸ ਤੋਂ ਨੀਚੇ ਸਿੰਗਲ ਲੇਅਰ ਪੈਰੀਸਾਈਕਲ ਹੋਏਗੀ। ਪੈਰੀਸਾਈਕਲ ਦੇ ਅੰਦਰ ਵੈਸਕੂਲਰ ਬੰਡਲ ਜ਼ਾਈਲਮ ਔਰ ਫਲੋਇਮ ਪ੍ਰੈਜ਼ੈਂਟ ਹੁੰਦੇ ਆ। ਠੀਕ ਹੈ। ਅਸੀਂ ਹੁਣ ਵੈਸਕੂਲਰ ਬੰਡਲਸ ਦੀ ਗੱਲ ਕਰ ਲੈਂਦੇ। ਪੈਰੀਸਾਈਕਲ ਮਲਟੀ ਲੇਅਰਡ ਹੁੰਦੀ ਆ। ਇਹ ਵੀ ਪੈਰੇਨਕਾਈਮੇਟਸ ਸੈਲਸ ਦੀ ਬਣੀ ਹੁੰਦੀ ਆ ਫਿਲਡ ਵਿਦ ਸਟਾਰਚ ਗ੍ਰੇਨਸ। ਇਹ 'ਚ ਸਟਾਰਚ ਗ੍ਰੇਨਸ ਭਰੇ ਹੁੰਦੇ ਆ। ਪਿੱਥੇ ਦੇ ਵਿੱਚ ਬਹੁਤ ਰਿਡਿਊਸਡ ਜਾਂ ਐਬਸੈਂਟ ਹੋਏਗੀ। ਤੁਸੀਂ ਸੈਂਟਰ 'ਚ ਦੇਖਿਆ ਹੀ ਆ ਕੋਈ ਖਾਲੀ ਜਗ੍ਹਾ ਨਹੀਂ ਹੈਗੀ। ਵੈਸਕੂਲਰ ਟਿਸ਼ੂਜ਼ ਜ਼ਾਈਲਮ ਔਰ ਫਲੋਇਮ ਜਿਹੜੇ ਆਲਟਰਨੇਟਲੀ ਪ੍ਰੈਜ਼ੈਂਟ ਹੁੰਦੇ ਆ। ਤੇ ਰੇਡੀਅਲ ਅਰੇਂਜਮੈਂਟ ਦਿਖੂਗਾ ਆਲਟਰਨੇਟਲੀ, ਮਤਲਬ ਜੇ ਆ ਜ਼ਾਈਲਮ ਆ ਤਾਂ ਆ ਫਲੋਇਮ ਹੋਏਗਾ। ਇਸ ਤਰ੍ਹਾਂ ਤੁਸੀਂ ਮਾਰਕ ਕਰ ਲੈਣਾ ਜਾਂ ਕਲਰਫੁਲ ਬਣਾ ਲੈਣਾ। ਇਹਨੂੰ ਰੈੱਡ ਨਾਲ ਬਣਾਤਾ, ਇਹਨੂੰ ਗ੍ਰੀਨ ਨਾਲ ਬਣਾਤਾ। ਇਹ ਆਲਟਰਨੇਟਲੀ ਪ੍ਰੈਜ਼ੈਂਟ ਹੁੰਦੇ। ਟਰੈਕੇਟਸ ਇਹਨਾਂ 'ਚ ਜਿਹੜੇ ਪ੍ਰੈਜ਼ੈਂਟ ਹੁੰਦੇ ਸਪਾਇਰਲ ਸਕਲੈਰੀਫਾਰਮ ਥਿਕਨਿੰਗਸ ਪ੍ਰੋਟੋਜ਼ਾਈਲਮ ਦੇ ਵਿੱਚ, ਇਹ ਉਹਨਾਂ ਦਾ ਹੀ ਡਿਸਕ੍ਰਿਪਸ਼ਨ ਹੈ। ਰੂਟਸ ਜਿਹੜੇ ਆ ਉਹ ਡਾਇਆਰਕ ਟੂ ਟੈਟਰਾਰਕ ਹੁੰਦੀਆਂ ਆ, ਬਟ ਸਮਟਾਈਮਸ ਦੇ ਮੇ ਬੀ ਪੋਲੀਆਰਕ। ਜ਼ਾਈਲਮ ਜਿਹੜਾ ਆ ਉਹਦੇ ਵਿੱਚ ਹੁਣ ਇਹ ਵੈਸੇ ਮੈਂ ਤੁਹਾਨੂੰ ਸਿਲੇਬਸ 'ਚ ਤਾਂ ਹੈ ਨਹੀਂ ਚੈਪਟਰ। ਜ਼ਾਈਲਮ ਜਿਹੜਾ ਆ ਡਿਫਰੈਂਟ ਕੰਪੋਨੈਂਟਸ ਦਾ ਬਣਿਆ ਹੁੰਦਾ, ਜਿੱਦਾਂ ਵੈਸਲਸ ਹੋ ਗਏ, ਪਿਟਸ ਹੋ ਗਏ, ਕੰਪੈਨੀਅਨ ਸੈਲਸ ਹੋ ਗਏ, ਸੌਰੀ ਸਕਲੈਰੀਫਾਰਮ ਥਿਕਨਿੰਗਸ ਹੋ ਗਈਆਂ, ਹੈ ਨਾ। ਤੇ ਐਸੀ ਤਰ੍ਹਾਂ ਫਲੋਇਮ ਵੀ ਕਈ ਕੰਪੋਨੈਂਟਸ ਦਾ ਬਣਿਆ ਹੁੰਦਾ ਹੈ, ਕੰਪੈਨੀਅਨ ਸੈਲਸ ਵਗੈਰਾ। ਤਾਂ ਇਹ ਲਿਖਿਆ ਹੈ ਕਿ ਜ਼ਾਈਲਮ ਦੇ ਵਿੱਚ ਕੀ ਪ੍ਰੈਜ਼ੈਂਟ ਹੁੰਦਾ ਆ ਔਰ ਫਲੋਇਮ ਦੇ ਵਿੱਚ ਕੀ ਪ੍ਰੈਜ਼ੈਂਟ ਹੁੰਦਾ, ਕੀ ਐਬਸੈਂਟ ਹੁੰਦਾ ਆ। ਵੈਸਲਸ ਜਿਹੜੇ ਆ ਉਹ ਐਬਸੈਂਟ ਹੁੰਦੇ ਆ ਜ਼ਾਈਲਮ ਦੇ ਵਿੱਚ। ਤੇ ਸੈਂਟਰ ਦੇ ਵਿੱਚ ਜਿਹੜੀ ਸਟੀਲ ਆਕੂਪਾਈਡ ਬਾਈ ਮੈਟਾਜ਼ਾਈਲਮ ਤੇ ਹੈ ਨਾ ਔਰ ਪੈਰੇਨਕਾਈਮੇਟਸ ਸੈਲ। ਤਾਂ ਹੀ ਇਹ 'ਚ ਪਿੱਥ ਨਹੀਂ ਹੈਗੀ ਕਿਉਂਕਿ ਮੈਟਾਜ਼ਾਈਲਮ ਔਰ ਪੈਰੇਨਕਾਈਮੇਟਸ ਸੈਲ ਸੈਂਟਰ 'ਚ ਪ੍ਰੈਜ਼ੈਂਟ ਹੁੰਦੇ ਆ। ਫਲੋਇਮ ਜਿਹੜਾ ਉਹ ਬਣਿਆ ਹੁੰਦਾ ਸੀਪ ਟਿਊਬ ਪੈਰੇਨਕਾਈਮੇਟਸ ਸੈਲਸ ਦਾ ਹੁੰਦਾ ਆ। older part of root shows presence of bast fibers in phloem। ਹੁਣ ਫਲੋਇਮ ਦੇ ਵਿੱਚ ਕੁਝ ਫਾਈਬਰਸ ਪ੍ਰੈਜ਼ੈਂਟ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਬਾਸਟ ਫਾਈਬਰਸ ਕਹਿੰਦੇ ਆ। ਤੇ ਸਾਈਕਸ ਦੇ ਵਿੱਚ ਫਲੋਇਮ ਦੇ ਵਿੱਚ ਬਾਸਟ ਫਾਈਬਰਸ ਜਿਹੜੇ ਉਹ ਪ੍ਰੈਜ਼ੈਂਟ ਹੁੰਦੇ ਆ। ਤੇ ਇਹ ਡਾਇਗਰਾਮ ਤੁਸੀਂ ਇਸੇ ਤਰ੍ਹਾਂ ਲਰਨ ਕਰਨਾ ਹੈ ਬੇਟਾ। ਆ TS ਵਾਲਾ ਡਾਇਗਰਾਮ ਇਹ ਵੈਰੀ ਇੰਪੋਰਟੈਂਟ ਆ। ਇਹਨੂੰ ਤੁਸੀਂ ਨਹੀਂ ਵੀ ਬਣਾਇਆ ਕੋਈ ਗੱਲ ਨਹੀਂ ਚੱਲੂਗਾ। ਲੇਕਿਨ ਜ਼ਰੂਰ ਵੀ ਡਿਸਕ੍ਰਿਪਸ਼ਨ ਯਾਦ ਕਰਨਾ ਹੈ। ਇਹ ਚੀਜ਼ਾਂ ਹੁਣ ਸਾਰੀ ਜਗ੍ਹਾ ਸੇਮ ਹੀ ਰਹਿਣੀਆਂ ਆ, ਕਿਤੇ ਵੀ ਡਿਫਰੈਂਸ ਨਹੀਂ ਹੋਣਾ। ਹੁਣ ਵਾਲਾ ਪੋਰਸ਼ਨ ਜਿਹੜਾ ਆ ਸੈਕੰਡਰੀ ਗਰੋਥ ਬੇਟਾ, ਇਹ ਮੈਂ ਤੁਹਾਨੂੰ ਇੱਥੇ ਨਹੀਂ ਪੜ੍ਹਾਉਣਾ ਹੈਗਾ ਕਿਉਂਕਿ ਮੈਂ ਪੈਰੀਡਮ ਔਰ ਵੈਸਕੂਲਰ ਕੈਂਬੀਅਮ ਬਹੁਤ ਅੱਛੇ ਤਰੀਕੇ ਨਾਲ ਪੜ੍ਹਾਤਾ। ਕੌਰਕ ਕੈਂਬੀਅਮ ਆਪ ਦੇਖੋ ਸਾਰਾ ਕੁਝ ਉਹੀ ਆ। ਇਹ ਤੁਸੀਂ ਆਪੇ ਕਰਨਾ ਆ। ਤਾਂ ਹੀ ਮੈਂ ਪਹਿਲਾਂ ਪੜ੍ਹਾਤਾ ਸੀ। ਤਿੰਨੋਂ ਚੈਪਟਰਸ 'ਚ ਜਿੱਥੇ ਵੀ ਸੈਕੰਡਰੀ ਗਰੋਥ ਹੈਗੀ ਆ ਉਹ ਤੁਸੀਂ ਆਪ ਹੀ ਕਰਨਾ ਆ। ਸਾਰਾ ਕੁਝ ਸੇਮ ਆ। ਉਹ ਮੈਡੂਲਰੀ ਰੇਸ, ਪੈਰੀਡਮ, ਆ ਦੇਖੋ ਫੈਲੋਜਨ, ਹੈ ਨਾ ਸਾਰਾ। ਸੋ ਨੋ ਨੀਡ ਹੁਣ ਟਾਈਮ ਵੇਸਟ ਕਰਨ ਦੀ, ਤਾਂ ਹੀ ਮੈਂ ਪਹਿਲਾਂ ਪੜ੍ਹਾਤਾ ਸੀਗਾ।
ਫਿਰ ਬੇਟਾ ਜੇ ਅਸੀਂ ਗੱਲ ਕਰੀਏ ਕੋਰੋਲॉइड रूट्स, ਕੋਰੋਲॉइड रूट्स ਦਾ ਹੀ ਸਟਰਕਚਰ ਹੈ, ਇੰਟਰਨਲ ਸਟਰਕਚਰ ਇਹ ਸਿਮਿਲਰ ਟੂ ਨਾਰਮਲ ਰੂਟ ਹੀ ਹੋਣਾ ਆ। ਡਿਫਰੈਂਸ ਕੀ ਆ? ਪੂਅਰ ਡਿਵੈਲਪਮੈਂਟ ਆਫ ਸੈਕੰਡਰੀ ਗਰੋਥ। ਨਾਰਮਲ ਰੂਟਸ ਦੇ ਵਿੱਚ ਸੈਕੰਡਰੀ ਗਰੋਥ ਪ੍ਰੋਪਰ ਹੁੰਦੀ ਆ, ਪਰ ਇਹੀ ਡਿਫਰੈਂਸ ਆ। ਲੇਕਿਨ ਕੋਰੋਲॉइड रूट्स ਦੇ ਵਿੱਚ ਸੈਕੰਡਰੀ ਗਰੋਥ ਨਹੀਂ ਦੇ ਬਰਾਬਰ ਹੁੰਦੀ ਹੈ। ਕਿਉਂ? ਕਿਉਂਕਿ ਇਹਦੇ ਵਿੱਚ ਐਲਗਲ ਔਰ ਫੰਜਾਈ, ਐਨਾਬੀਨਾ ਵਗੈਰਾ, ਨੋਸਟॉक ਵਗੈਰਾ ਰਹਿੰਦੇ ਆ, ਆਪਾਂ ਕੱਲ ਪੜ੍ਹ ਲਿਆ ਸੀਗਾ। ਬਾਕੀ ਸਟਰਕਚਰ ਸੇਮ ਆ। ਆਊਟਰ ਮੋਸਟ ਲੇਅਰ ਇਪੀਬਲੇਮਾ ਆ, ਤੇ ਉਹ ਕਿਤੋਂ ਕਿਤੋਂ ਟੁੱਟੀ ਹੁੰਦੀ ਆ। ਉਹਨੂੰ ਫਾਰਮੇਸ਼ਨ ਆਫ ਪੈਰੀਡਰਮ ਜਿਹੜਾ ਹੁੰਦਾ ਹੈ ਨਾ, ਫਿਊ ਲੈਂਟੀ ਸੈਲਸ ਵੀ ਪ੍ਰੈਜ਼ੈਂਟ ਹੁੰਦੇ ਆ ਪੈਰੀਡਰਮ ਲੇਅਰ ਤੇ। ਕੋਰਟੈਕਸ ਜਿਹੜਾ ਹੈ ਉਹ ਵਾਈਡ ਹੁੰਦਾ ਆ, ਪੈਰਨਕਾਈਮੇਟਸ ਸੈਲਸ ਦਾ ਬਣਿਆ ਹੁੰਦਾ ਆ, ਡਿਫਰੈਂਸ਼ੀਏਟਡ ਇਨਟੂ 3 ਜ਼ੋਨਸ। ਆਊਟਰ ਕੋਰਟੈਕਸ ਦਾ ਇਹੀ ਸਾਰਾ ਕੁਝ ਬਣਿਆ ਹੋਇਆ। ਦੇਖੋ ਇਪੀਬਲੇਮਾ, ਕੋਰਕ ਕੈਂਬੀਅਮ, ਠੀਕ ਹੈ। ਇਹ ਸਾਰਾ ਸਟਰਕਚਰ ਤੁਹਾਡਾ ਹੈਗਾ ਆ रूट का, कोरलॉइड रूट का। ये डायग्राम तुसीं ऐं बनाना आ। फिर मिडल कॉर्टेक्स ਇਹਦੇ ਵਿੱਚ ਕੀ ਕਹਿੰਦਾ ਆ? ਮਿਡਲ ਇਨਰ ਕੌਰਟੈਕਸ ਪ੍ਰੈਜ਼ੈਂਟ ਹੁੰਦਾ, ਉਹਦੇ ਵਿੱਚ ਕੀ ਪ੍ਰੈਜ਼ੈਂਟ ਹੁੰਦਾ ਆ, ਇਹ ਸਾਰਾ ਪੜ੍ਹਿਆ ਹੋਇਆ ਆ। ਸੇਮ ਵੇ ਬੇਟਾ ਸਟੈਮ ਦਾ ਸਟਰਕਚਰ ਵੀ ਆਪਾਂ ਪੜ੍ਹਿਆ ਹੋਇਆ। ਯੰਗ ਸਟੈਮ ਬਿਫੋਰ ਸੈਕੰਡਰੀ ਗਰੋਥ ਪਹਿਲਾਂ ਆਪਾਂ ਪੜ੍ਹਨਾ ਆ। ਸੈਕੰਡਰੀ ਗਰੋਥ ਤੋਂ ਪਹਿਲਾਂ ਤਾਂ ਕਾਮਨ ਜਿਹੀਆਂ ਸਟਰਕਚਰਸ ਹੀ ਹੁੰਦੀਆਂ ਆ। ਆਊਟਰ ਮੋਸਟ ਲੇਅਰ ਇਪੀਡਰਮਿਸ, ਆਈਪੀਡਰਮਿਸ ਆ, ਇਸ ਤੋਂ ਨੀਚੇ ਕੋਰਟੈਕਸ ਆ, ਕੋਰਟੈਕਸ ਤੋਂ ਨੀਚੇ ਸਿੰਗਲ ਲੇਅਰਡ ਐਂਡੋਡਰਮਿਸ, ਐਂਡੋਡਰਮਿਸ ਤੋਂ ਨੀਚੇ ਪੈਰੀਸਾਈਕਲ, ਪੈਰੀਸਾਈਕਲ ਦੇ ਅੰਦਰ ਵੈਸਕੂਲਰ ਬੰਡਲ, ਜ਼ਾਈਲਮ ਔਰ ਫਲੋਇਮ। ਤੇ ਜੇ ਕਿਤੇ ਪਿੱਥ ਪ੍ਰੈਜ਼ੈਂਟ ਹੁੰਦੀ ਹੈ ਤਾਂ ਪਿੱਥ ਪ੍ਰੈਜ਼ੈਂਟ, ਅਦਰਵਾਈਜ਼ ਨਹੀਂ ਪ੍ਰੈਜ਼ੈਂਟ ਹੁੰਦੀ।